ਹੈਲੋ एवरीवन ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਬੱਚੇ ਕਿ ਫੰਕਸ਼ਨ ਕੀ ਹੁੰਦਾ ਤੇ ਇਹਦੀਆਂ ਟਾਈਪਸ ਕੀ ਨੇ। ਬਟ ਫੰਕਸ਼ਨ ਦੀ ਮੈਥਮੈਟੀਕਲ ਡੈਫੀਨੇਸ਼ਨ ਜਾਂ ਫਿਰ ਇਹਦੀਆਂ ਨੋਟੇਸ਼ਨ ਸਮਝਣ ਤੋਂ ਪਹਿਲਾਂ ਬੱਚੇ ਅਸੀਂ ਸਿੰਪਲ ਵਰਡ 'ਚ ਸਮਝਾਂਗੇ ਕਿ ਫੰਕਸ਼ਨ ਹੁੰਦਾ ਕੀ ਹੈ। ਦੇਖੋ ਅਸੀਂ ਆਪਣੀ ਰੂਟੀਨ ਲਾਈਫ ਦੇ ਵਿੱਚ ਕਹਿੰਦੇ ਹਾਂ ਕਿ ਇਹ ਚੀਜ਼ ਦੀ ਫੰਕਸ਼ਨਿੰਗ ਕੀ ਹੈ। ਆਪਣੇ ਕੋਲ ਕੋਈ ਸਵਿਚ ਆ ਉਹਦੀ ਫੰਕਸ਼ਨਿੰਗ ਕਿਵੇਂ ਹੁੰਦੀ ਆ, ਕੋਈ ਕਾਰ ਆ ਉਹਦੀ ਫੰਕਸ਼ਨਿੰਗ ਕੀ ਆ। ਇਹ ਸਿੰਪਲ ਵਰਡ ਅਸੀਂ ਯੂਜ਼ ਕਰਦੇ ਰਹਿੰਦੇ ਹਾਂ। ਬਟ ਇਹਦਾ ਮਤਲਬ ਕੀ ਹੁੰਦਾ ਬੱਚੇ, ਫੰਕਸ਼ਨਿੰਗ ਕਹਿ ਲਓ ਕਿ ਅਸੀਂ ਕਿਸੇ ਵੀ ਟਰਮ ਨੂੰ, ਕਿਸੇ ਵੀ ਚੀਜ਼ ਨੂੰ ਜਦੋਂ ਕੋਈ ਇਨਪੁਟ ਦਿੱਤੀ ਉਸ ਤੋਂ ਬਾਅਦ ਅਸੀਂ ਉਹਦੇ ਉੱਤੋਂ ਆਊਟਪੁੱਟ ਰਿਸੀਵ ਕੀਤੀ, ਕੋਈ ਆਨਸਰ ਰਿਸੀਵ ਕੀਤਾ, ਉਹਨੂੰ ਅਸੀਂ ਉਹਦੀ ਫੰਕਸ਼ਨਿੰਗ ਬੋਲਦਾ, ਕੰਮ ਕਿਵੇਂ ਕਰਦਾ। ਸੋ ਇਹਦੇ ਵਿੱਚ ਵੀ ਫੰਕਸ਼ਨ ਇਹੀ ਹੈ, ਕਹਿੰਦੇ ਕੋਈ ਚੀਜ਼ ਜਿਹਨੂੰ ਅਸੀਂ ਕੋਈ ਇਨਪੁੱਟ ਦਿੰਦੇ ਹਾਂ ਉਸ ਤੋਂ ਬਾਅਦ ਸਾਨੂੰ ਕੋਈ ਆਊਟਪੁੱਟ ਦੇ ਦਿੰਦਾ, ਕੋਈ ਆਨਸਰ ਦੇ ਦਿੰਦਾ ਫੰਕਸ਼ਨ ਕਰਨ, ਅਪਲਾਈ ਕਰਨ ਤੋਂ ਬਾਅਦ, ਕੋਈ ਕੰਮ ਕਰਨ ਤੋਂ ਬਾਅਦ। ਤਾਂ ਇਹ ਜਿਹੜੀ ਪ੍ਰੋਸੈਸ ਹੁੰਦੀ ਆ ਇਹਨੂੰ ਅਸੀਂ ਬੋਲਦੇ ਹਾਂ ਫੰਕਸ਼ਨ। ਕਹਿੰਦੇ ਫੰਕਸ਼ਨ ਇੱਕ ਮਸ਼ੀਨ ਦੀ ਤਰ੍ਹਾਂ ਹੁੰਦਾ ਜੋ ਇੱਕ ਇਨਪੁੱਟ ਲੈਂਦਾ ਅਤੇ ਇੱਕ ਆਊਟਪੁੱਟ ਸਾਨੂੰ ਦੇ ਦਿੰਦਾ। ਜਿਵੇਂ ਕਿ ਹੁਣ ਇਹਦੀ ਨੋਟੇਸ਼ਨਸ ਆ ਜਾਣਗੀਆਂ ਕਿ ਆਪਾਂ ਨੇ ਕੋਈ ਐਕਸ ਦਿੱਤੀ ਤਾਂ ਇਹਦਾ ਆਨਸਰ ਸਾਨੂੰ ਕੀ ਮਿਲੇਗਾ, ਇਹਦੀ ਡਿਫਾਈਨਮੈਂਟ ਕੀ ਹੋਏਗੀ, ਉਹ ਹੋ ਗਈਆਂ ਇਹਦੀਆਂ ਮੈਥਮੈਟੀਕਲ ਨੋਟੇਸ਼ਨਸ। ਹੁਣ ਦੇਖੋ ਸਿੰਪਲ ਵਰਡ ਹੋ ਗਿਆ ਕਿ ਫੰਕਸ਼ਨ ਕੀ ਹੁੰਦਾ, ਕੋਈ ਇਹੋ ਜਿਹੀ ਟਰਮ, ਕੋਈ ਇਹੋ ਜਿਹੀ ਚੀਜ਼ ਜਿਹਦੇ ਵਿੱਚ ਅਸੀਂ ਕੋਈ ਇਨਪੁੱਟ ਦਿੰਦੇ ਹਾਂ ਅਤੇ ਉਸ ਤੋਂ ਸਾਨੂੰ ਕੋਈ ਆਊਟਪੁੱਟ ਆ ਜਿਹੜੀ ਉਹ ਰਿਸੀਵ ਹੁੰਦੀ ਆ, ਅਸੀਂ ਉਹ ਸਾਡਾ ਉਹਦਾ ਕੰਮ ਹੋ ਗਿਆ। ਹੁਣ ਮੈਥਮੈਟਿਕਸ ਦੇ ਵਿੱਚ ਇਹਦੇ ਵਿੱਚ ਕਿਵੇਂ ਇਹਨੂੰ ਡਿਫਾਈਨ ਕਰਾਂਗੇ ਜਾਂ ਕਿਵੇਂ ਇਹਦੀ ਫੰਕਸ਼ਨਿੰਗ ਕੀ ਹੁੰਦਾ ਫੰਕਸ਼ਨ। ਕਹਿੰਦੇ ਲੈਟ ਏ ਐਂਡ ਬੀ ਵੀ ਟੂ ਐਨੀ ਨੋਨ ਐਮਟੀ ਸੈੱਟ। ਸੈੱਟ ਕੀ ਸੀਗੇ, ਕਹਿੰਦੇ ਸੈੱਟ ਹੁੰਦੀ ਹੈ ਇੱਕ ਕਲੈਕਸ਼ਨ ਆਫ ਓਬਜੈਕਟ ਜਿਹੜੇ ਕੀ ਹੋਣਗੇ ਵੈਲ ਡਿਫਾਈਨ ਹੋਣਗੇ ਪਲੱਸ ਉਹ ਡਿਫਰੈਂਟ ਹੋਣੇ ਚਾਹੀਦੇ ਨੇ। ਮਤਲਬ ਕੋਈ ਇਹੋ ਜਿਹੀ ਐਲੀਮੈਂਟਸ ਜਿਵੇਂ ਲੈ ਲਓ ਨੰਬਰ ਆਫ ਅ ਸਟੂਡੈਂਟ ਇਨ ਅ ਕਲਾਸ, ਹਰ ਸਟੂਡੈਂਟ ਦੀ ਆਪਣੀ ਇੱਕ ਆਈਡੈਂਟੀਟੀ ਹੈ ਬੱਚੇ। ਸੈਕਿੰਡ ਉਹਨੂੰ ਕਾਊਂਟ ਕਰ ਸਕਦੇ ਹੋ, ਵੈਲ ਡਿਫਾਈਨ ਨੇ, ਹਰੇਕ ਦੀ ਆਪਣੀ ਆਈਡੈਂਟੀਟੀ ਆ, ਡਿਫਰ ਨੇ ਇੱਕ ਦੂਸਰੇ ਤੋਂ, ਕੋਈ ਗਰਲਸ ਨੇ, ਕੁਝ ਬॉयਜ਼ ਨੇ, ਉਹਨਾਂ ਦੇ ਅੱਗੇ ਆਈਡੈਂਟੀਟੀ ਨੰਬਰ ਨੇ, ਰੋਲ ਨੰਬਰ ਨੇ, ਨੇਮ ਅਲੱਗ ਨੇ। ਸੋ ਐਨੀਥਿੰਗ ਵਿਚ ਇਜ਼ ਵੈਲ ਡਿਫਾਈਨ, ਜਿਹਦੀ ਅਸੀਂ ਡੈਫੀਨੇਸ਼ਨ ਦੇ ਸਕਦੇ ਹਾਂ, ਗਰਲਸ ਨੂੰ ਡਿਫਾਈਨ ਕਰ ਸਕਦੇ ਹਾਂ, ਬॉयਜ਼ ਨੂੰ ਡਿਫਾਈਨ ਕਰ ਸਕਦੇ ਹਾਂ, ਅਤੇ ਉਹ ਡਿਫਰੈਂਟ ਨੇ ਆਪਣੇ ਆਪ ਦੇ ਵਿੱਚ, ਹਰੇਕ ਦੀ ਯੂਨੀਕ ਆਈਡੈਂਟਿਟੀ ਆ। ਕਹਿੰਦੇ ਕੋਈ ਦੋ ਸੈੱਟ ਨੇ, then a function f from a to b is an assignment of exactly one element of v to each element of a। ਕਹਿੰਦੇ ਫੰਕਸ਼ਨ ਕੀ ਆ ਬੱਚੇ, ਕਹਿੰਦੇ ਜੇ ਸਾਡੇ ਕੋਲ ਕੋਈ ਦੋ ਨੋਨ ਐਮਟੀ ਸੈੱਟ ਨੇ, ਮੰਨ ਲਓ ਇੱਕ A ਸੈੱਟ ਆ, ਇੱਕ ਸਾਡੇ ਕੋਲ ਕੋਈ B ਸੈੱਟ ਆ। ਹੁਣ ਨੋਨ ਐਮਟੀਨੈਸ ਦਾ ਮਤਲਬ ਇਹਨਾਂ ਦੇ ਵਿੱਚ ਕੁਛ ਐਲੀਮੈਂਟ ਪਏ ਹੋਣਗੇ, ਕੋਈ ਡਿਫਾਈਨਡ ਐਲੀਮੈਂਟ, ਡਿਫਰੈਂਟ ਐਲੀਮੈਂਟ। ਅਸੀਂ ਵਿੱਚ A ਸੈੱਟ ਦੇ ਵਿੱਚ 1 2 3 ਲੈ ਲਿਆ ਅਤੇ B ਸੈੱਟ ਦੇ ਵਿੱਚ 4 5 6 ਲੈ ਲਿਆ, ਦੋ ਸੈੱਟ। ਫਿਰ ਕਹਿੰਦਾ ਆ ਫੰਕਸ਼ਨ f ਫਰੋਮ A to B, ਕਹਿੰਦਾ A ਤੋਂ B ਤੱਕ ਇੱਕ ਫੰਕਸ਼ਨ ਡਿਫਾਈਨ ਕੀਤਾ f ਇਜ਼ ਐਨ ਅਸਾਈਨਮੈਂਟ। ਇਹ ਅਸਾਈਨਮੈਂਟ ਹੁੰਦੀ ਆ ਆਫ ਐਗਜ਼ੈਕਟਲੀ ਵਨ ਐਲੀਮੈਂਟ ਆਫ ਅ ਬੀ, ਕਿਹਦੀ, ਬੀ ਦੇ ਇੱਕ ਐਲੀਮੈਂਟ ਨੂੰ, ਐਗਜ਼ੈਕਟਲੀ ਵਨ ਐਲੀਮੈਂਟ ਆਫ ਅ ਬੀ ਟੂ ਈਚ ਐਲੀਮੈਂਟ ਆਫ ਏ ਦੇ ਹਰ ਐਲੀਮੈਂਟ ਨੂੰ ਬੀ ਦੇ ਕਿਸੇ ਯੂਨੀਕ ਐਲੀਮੈਂਟ 'ਤੇ, ਐਗਜ਼ੈਕਟਲੀ ਵਨ ਐਲੀਮੈਂਟ 'ਤੇ ਕੀ ਕਰਕੇ ਆਉਂਦਾ, ਮੈਪ ਕਰਕੇ ਆਉਂਦਾ। ਜਿਵੇਂ 1 ਦੀ ਕੋਈ ਇੱਕ ਵੈਲਿਊ ਇਹਦੇ ਵਿੱਚੋਂ ਸਾਨੂੰ ਆਨਸਰ 'ਚ ਮਿਲੂਗੀ 4 5 6 ਦੇ ਵਿੱਚੋਂ, ਸਿਰਫ ਇੱਕ ਵੈਲਿਊ। 2 ਦੀ ਕੋਈ ਇੱਕ ਵੈਲਿਊ ਸਾਨੂੰ ਇਹਨਾਂ ਦੇ ਵਿੱਚੋਂ ਮਿਲੂਗੀ, ਕੋਈ ਵੀ ਯੂਨੀਕ। ਹੁਣ ਬੱਚੇ 2 ਦੀ ਵੈਲਿਊ 4 ਹੋ ਸਕਦੀ ਸੀ ਕਿਉਂਕਿ 2 ਦੇ ਲਈ ਤਾਂ ਉਹ ਯੂਨੀਕ ਆ, ਪਰ ਇਹ ਨਹੀਂ ਹੈਗਾ ਕਿ 2 ਦੀ ਵੈਲਿਊ 4 ਆ ਅਤੇ 2 ਦੀ ਵੈਲਿਊ 5 ਆ, ਨਹੀਂ। ਹੁਣ ਉਹਨੇ ਵਰਡ ਕੀ ਯੂਜ਼ ਕੀਤਾ, ਐਗਜ਼ੈਕਟਲੀ 1, ਕਿ ਸਾਡੇ ਕੋਲ ਸਿਰਫ 2 ਦੇ ਲਈ ਇੱਕ ਹੀ ਐਲੀਮੈਂਟ ਆ ਜਿਹੜਾ ਹੋਣਾ ਚਾਹੀਦਾ। ਇਨਡਾਇਰੈਕਟ ਵੇਜ਼ ਕਹਾਂ ਬੱਚੇ, ਸਾਡੇ ਕੋਲ ਜਿਹੜੀ ਆ A ਸੈੱਟ ਆ ਉਹਦੇ ਹਰ ਐਲੀਮੈਂਟ ਦੀ ਸਿਰਫ ਇੱਕ ਹੀ ਇਮੇਜ ਹੋਣੀ ਚਾਹੀਦੀ ਹੈ, ਕਿਸ ਸੈੱਟ ਦੇ ਵਿੱਚ, B ਸੈੱਟ ਦੇ ਵਿੱਚ, ਤਾਂ ਹੀ ਅਸੀਂ ਉਹਨੂੰ ਕੀ ਕਹਾਂਗੇ, ਫੰਕਸ਼ਨ। ਫਿਰ ਅੱਗੇ ਉਹਨੇ ਕਿਹਾ, ਕਹਿੰਦੇ ਈਚ ਐਲੀਮੈਂਟ ਆਫ A, ਮਤਲਬ A ਦੇ ਹਰ ਐਲੀਮੈਂਟ ਦੀ ਕੋਈ ਨਾ ਕੋਈ ਇਮੇਜ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ A ਦਾ ਕੋਈ ਐਲੀਮੈਂਟ ਖਾਲੀ ਹੀ ਰਹਿ ਜਾਵੇ। ਜਿਵੇਂ ਉਰੇ 3 ਆ, 3 ਨੂੰ ਮੈਂ ਕਿਸੇ ਨਾਲ ਨਹੀਂ ਜੋੜਿਆ, ਇਸ ਦਾ ਮਤਲਬ ਇਹਦੀ ਕੋਈ ਇਮੇਜ ਨਹੀਂ, ਇਸਦਾ ਇਹ ਅਜੇ ਤੱਕ ਫੰਕਸ਼ਨ ਨਹੀਂ ਹੈਗਾ। ਜੇ 3 ਨੂੰ ਅਸੀਂ ਇਹਦੇ ਨਾਲ ਵੀ ਜੋੜਤਾ, 6 ਨਾਲ ਵੀ ਜੋੜਤਾ, ਅਤੇ ਜਿਹੜੀ ਆ ਕਟਿੰਗ ਆ 2 ਤੋਂ 5 ਤੱਕ ਸੀ, ਇਹਨੂੰ ਅਸੀਂ ਨੇ ਕੈਂਸਲ ਕਰਤਾ, ਜੋ ਆ 2 ਤੋਂ 5 ਤੱਕ ਲਈ ਆ, ਇਹ ਲਾਈਨ ਅਸੀਂ ਨਹੀਂ ਮੰਨ ਰਹੇ। ਤਾਂ ਦੇਖੋ 1 ਦੀ ਇਮੇਜ ਵੀ 4 ਆ, 2 ਦੀ ਇਮੇਜ ਵੀ 4 ਆ, 3 ਦੀ ਇਮੇਜ ਵੀ 6 ਆ। ਤਾਂ ਇਸ ਦਾ ਮਤਲਬ ਸਾਡੇ ਕੋਲ ਕੀ ਆ, ਹਰ A ਦੇ ਐਲੀਮੈਂਟ ਲਈ ਇੱਕ B ਦੇ ਵਿੱਚ ਐਲੀਮੈਂਟ ਆ ਜਿਹੜਾ ਉਹ ਐਗਜ਼ਿਸਟ ਕਰ ਰਿਹਾ, ਜਿੱਥੇ A ਜਾ ਕੇ ਉਹਨੂੰ ਮੈਪ ਕਰ ਰਿਹਾ, ਫੰਕਸ਼ਨ F ਉਹਨੂੰ ਮੈਪ ਕਰ ਰਿਹਾ। ਤਾਂ ਇਹ ਜਿਹੜੀ ਮੈਪਿੰਗ ਹੋ ਗਈ ਇਹਨੂੰ ਕੀ ਬੋਲਾਂਗੇ ਅਸੀਂ, ਫੰਕਸ਼ਨ ਬੋਲਾਂਗੇ। ਇਨਡਾਇਰੈਕਟਲੀ ਵਿੱਚ ਜੇ ਅਸੀਂ ਕਹੀਏ, ਕਹਿੰਦੇ ਜਦੋਂ ਕੋਈ ਦੋ ਸੈੱਟ ਸਾਡੇ ਕੋਲ ਹੋਣ, ਜਿਵੇਂ ਕੋਈ ਦੋ ਸੈੱਟ ਨੇ A ਅਤੇ B,
ਏ ਦੇ ਵਿੱਚ ਜਿੰਨੇ ਐਲੀਮੈਂਟ ਪਏ ਨੇ ਉਹਨਾਂ ਸਾਰਿਆਂ ਦੇ ਲਈ ਬੀ ਦੇ ਵਿੱਚ ਕੋਈ ਐਲੀਮੈਂਟ ਐਗਜ਼ਿਸਟ ਕਰਨਾ ਚਾਹੀਦਾ ਜਿੱਥੇ ਉਹ ਜਾ ਕੇ ਮੈਪ ਹੁੰਦਾ ਹੋਵੇ, ਜਿੱਥੇ ਜਾ ਕੇ ਉਹ ਮਿਲਦਾ ਹੋਵੇ, ਜਾਂ ਕਹਿ ਲਓ ਕਿ ਜਿੱਥੇ ਉਹ ਆਈਸੋਸੇਟ ਕਰਦੇ ਹੋਣ। ਤਾਂ ਇਹ ਜਿਹੜੀ ਆਪਣੇ ਕੋਲ ਇਸ ਤਰ੍ਹਾਂ ਦੀ ਫੰਕਸ਼ਨਿੰਗ ਆ, ਉਹਨੂੰ ਇਸ ਤਰ੍ਹਾਂ ਦੀ ਜਿਹੜੀ ਆ ਮੈਪਿੰਗ ਆ, ਉਸਨੂੰ ਅਸੀਂ ਕੀ ਬੋਲਾਂਗੇ? ਫੰਕਸ਼ਨ ਬੋਲਾਂਗੇ। ਅਤੇ ਇਹਦੀ ਰਿਪਰਜ਼ੈਂਟੇਸ਼ਨ ਹੁੰਦੀ ਹੈ ਬੱਚੇ ਐਫ ਏ ਟੂ ਬੀ, ਮਤਲਬ ਐਵੇਂ ਸ਼ੋਅ ਕੀਤਾ ਜਾਂਦਾ ਕਿ ਇੱਕ ਫੰਕਸ਼ਨ ਹੈ ਐਫ ਜੋ ਕੀ ਹੈ ਏ ਤੋਂ ਲੈ ਕੇ ਕਿਸੇ ਬੀ ਸੈੱਟ ਤੱਕ ਆ। ਇਹ ਹੋ ਗਿਆ ਸਾਡਾ ਫੰਕਸ਼ਨ। ਹੁਣ ਇਹਦੇ ਵਿੱਚ ਜਿਹੜੀ ਬੱਚੇ ਏ ਆ, ਜਿਹੜੇ ਸੈੱਟ ਤੋਂ ਅਸੀਂ ਮੈਪਿੰਗ ਸਟਾਰਟ ਕਰਦੇ ਹਾਂ, ਜਿੱਥੋਂ ਪਹਿਲਾਂ ਲਿਖਿਆ ਹੋਇਆ ਇਹਨੂੰ ਬੋਲਦੇ ਆ ਡੋਮੇਨ ਆਫ ਫੰਕਸ਼ਨ। ਅਤੇ ਜਿੱਥੇ ਸਾਡੇ ਆਨਸਰ ਜਾਂਦੇ ਨੇ, ਜਿਸ ਸੈੱਟ ਤੱਕ ਅਸੀਂ ਮੈਪਿੰਗ ਲੈ ਕੇ ਜਾਂਦੇ ਹਾਂ, ਉਹਨੂੰ ਬੋਲਿਆ ਜਾਂਦਾ ਕੋ ਡੋਮੇਨ ਆਫ ਐਨੀ ਫੰਕਸ਼ਨ, ਕੋ ਡੋਮੇਨ। ਬਟ ਜਿਹੜੀ ਸਾਡੇ ਕੋਲ ਬੱਚੇ ਜਿਵੇਂ ਹੁਣ ਐਲੀਮੈਂਟ 5 ਵੀ ਪਿਆ, ਇਹਦੇ ਵਿੱਚ 6 ਵੀ ਪਿਆ, 1 ਦੀ ਇਮੇਜ ਵੀ 5 ਆ, 2 ਦੀ, 3 ਦੀ, 4 ਦੀ, ਸਾਰਿਆਂ ਦੀ ਇਮੇਜ 5 ਆ, ਬਟ 6 ਦੀ ਕੋਈ ਇਮੇਜ ਨਹੀਂ ਹੈਗੀ, ਖਾਲੀ ਪਿਆ। ਜਿਹੜੇ ਇਹਦੇ ਸਕੋਰ ਡੋਮੇਨ 'ਚ ਨੇ ਉਹ 'ਚ 5 ਅਤੇ 6 ਦੋਨੋਂ ਐਲੀਮੈਂਟ ਹੋਣਗੇ, ਬਟ ਰੇਂਜ ਕੀ ਹੁੰਦੀ ਆ? ਜਿਸ ਐਲੀਮੈਂਟ 'ਤੇ ਆ ਕੇ ਮੈਪਿੰਗ ਹੋ ਰਹੀ ਆ, ਜਿਹੜੇ ਆਨਸਰ ਸਾਨੂੰ ਮਿਲ ਰਹੇ ਨੇ, ਜਿਹਦੇ ਨਾਲ ਕੋਈ ਨਾ ਕੋਈ ਐਲੀਮੈਂਟ ਆ ਕੇ ਜੁੜਿਆ ਹੋਇਆ, ਉਹਨੂੰ ਅਸੀਂ ਕੀ ਬੋਲਾਂਗੇ? ਰੇਂਜ। ਜਿਵੇਂ ਹੁਣ ਇੱਥੇ 6 ਕਿਸੇ ਨਾਲ ਨਹੀਂ ਜੁੜਿਆ ਹੋਇਆ ਤਾਂ ਇਹ ਰੇਂਜ 'ਚ ਨਹੀਂ ਹੈਗਾ, ਕੋ ਡੋਮੇਨ 'ਚ ਆ। ਰੇਂਜ 'ਚ ਕੀ ਹੈ? ਸਾਡੇ ਕੋਲ 5 ਆ। ਸੋ ਇਨ ਸ਼ਾਰਟ ਅਸੀਂ ਕਹਿ ਸਕਦੇ ਹਾਂ ਬੱਚੇ ਕਿ ਫੰਕਸ਼ਨ ਕੀ ਹੁੰਦਾ? ਇੱਕ ਮੈਪਿੰਗ ਹੁੰਦੀ ਆ ਕਿਸੇ ਵਨ ਨੋਨ ਐਮਟੀ ਸੈੱਟ ਤੋਂ ਕਿਸੇ ਨੋਨ ਐਮਟੀ ਸੈੱਟ ਤੱਕ, ਜਿਹੜੀ ਇੱਕ ਡੋਮੇਨ ਦੇ ਹਰ ਐਲੀਮੈਂਟ ਨੂੰ ਕੋ ਡੋਮੇਨ ਦੇ ਐਲੀਮੈਂਟ ਦੇ ਨਾਲ ਕੀ ਕਰਦੀ ਆ? ਆਈਸੋਸੇਟ ਕਰਦੀ ਹੈ, ਜਾਂ ਉਹਨਾਂ ਨੂੰ ਮੈਪ ਕਰਦੀ ਹੈ। ਉਹਨੂੰ ਅਸੀਂ ਕੀ ਬੋਲਦੇ ਹਾਂ? ਫੰਕਸ਼ਨ ਬੋਲਦੇ ਹਾਂ। ਫੰਕਸ਼ਨ ਨੂੰ ਕਹਿੰਦੇ ਅਸੀਂ ਮੈਪਿੰਗ ਵੀ ਬੋਲ ਸਕਦੇ ਹਾਂ ਅਤੇ ਟਰਾਂਸਫੋਰਮੇਸ਼ਨ ਵੀ ਬੋਲ ਸਕਦੇ ਹਾਂ। ਮੈਪਿੰਗ ਸਿੰਪਲ ਵਰਡ ਮੈਪਿੰਗ, ਜਿੱਥੇ ਮੈਪਿੰਗ ਕਿਆ ਹੋਇਆ ਇਸਦਾ ਮਤਲਬ ਫੰਕਸ਼ਨ ਦੀ ਗੱਲ ਕਰ ਰਿਹਾ, ਟਰਾਂਸਫੋਰਮੇਸ਼ਨ ਕਿਆ ਹੋਇਆ ਇਸਦਾ ਮਤਲਬ ਉਹ ਫੰਕਸ਼ਨ ਦੀ ਗੱਲ ਕਰ ਰਿਹਾ। ਹੁਣ ਐਗਜ਼ਾਮਪਲ ਦੇਖਦੇ ਹਾਂ ਬੱਚੇ ਮੈਥਮੈਟਿਕਸ ਦੇ ਵਿੱਚ ਕਿਵੇਂ ਉਹਨਾਂ ਨੂੰ ਡਿਫਾਈਨ ਕੀਤਾ ਹੋਇਆ। ਦੇਖੋ ਕਹਿੰਦਾ ਐਫ ਕੋਈ ਫੰਕਸ਼ਨ ਆ ਜੋ ਰੀਅਲ ਨੰਬਰ ਤੋਂ ਲੈ ਕੇ ਰੀਅਲ ਨੰਬਰ ਤੱਕ ਆ, ਜਾਂ ਫਿਰ ਕਹਿ ਲਓ ਕਿ ਐਫ ਕੋਈ ਫੰਕਸ਼ਨ ਆ ਜੋ ਨੈਚੁਰਲ ਨੰਬਰ ਤੋਂ ਲੈ ਕੇ ਨੈਚੁਰਲ ਨੰਬਰ ਤੱਕ ਆ। ਮਤਲਬ ਸੈੱਟ ਹੀ ਚਾਹੀਦੇ ਸੀ, ਨੋਨ ਐਮਟੀ ਸੈੱਟ ਆਫ ਨੈਚੁਰਲ ਲੈ ਲਿਆ, ਇੱਕ ਸੈੱਟ ਤੋਂ ਦੂਸਰੇ ਸੈੱਟ ਤੱਕ ਮੈਪਿੰਗ ਲੈ ਲਈ। ਹੁਣ ਇਹਦੀ ਡਿਫਾਈਨਮੈਂਟ ਇਸ ਤਰ੍ਹਾਂ ਕੀਤੀ ਹੋਈ ਹੈ ਬੱਚੇ, ਕਹਿੰਦੇ ਜਦੋਂ ਐਕਸ ਪਾਇਆ ਆਨਸਰ ਕੀ ਆਇਆ? ਐਕਸ ਸਕੁਆਇਰ। ਹੁਣ ਦੇਖੋ ਫੰਕਸ਼ਨ ਅਸੀਂ ਕਿਹਾ, ਕਹਿੰਦੇ ਇੱਕ ਮਸ਼ੀਨ ਦੀ ਤਰ੍ਹਾਂ ਹੁੰਦਾ, ਇਹਨੂੰ ਕੋਈ ਅਸੀਂ ਇਨਪੁਟ ਦਿੰਦੇ ਹਾਂ ਅਤੇ ਇਹ ਸਾਨੂੰ ਕੋਈ ਆਊਟਪੁੱਟ ਦਿੰਦਾ। ਅਸੀਂ ਐਫ ਐਕਸ ਇਕੁਅਲ ਟੂ ਐਕਸ ਸਕੁਆਇਰ ਇਹ ਲੈ ਕੇ ਚੱਲਿਆ ਫੰਕਸ਼ਨ। ਹੁਣ ਇਹਦੇ ਵਿੱਚ ਅਸੀਂ ਐਕਸ ਦੀ ਕੋਈ ਵੈਲਿਊ ਦਿਆ ਕਰਾਂਗੇ, ਕਿਹੜੀ ਵੈਲਿਊ? ਕੋਈ ਨੈਚੁਰਲ ਵੈਲਿਊ। ਆਨਸਰ ਸਾਨੂੰ ਦੇਖਣਾ ਵੀ ਉਹ ਨੈਚੁਰਲ ਵੈਲਿਊ ਆਊਗਾ ਜਾਂ ਨਹੀਂ। ਦੇਖੋ ਨੈਚੁਰਲ ਕੀ ਹੁੰਦੇ ਨੇ? 1 2 3 ਅਪ ਟੂ ਸੋ 1। ਅਸੀਂ ਇਹਨੂੰ 1 ਅਸਾਈਨ ਕੀਤਾ, ਜਦੋਂ 1 ਅਸਾਈਨ ਕੀਤਾ ਤਾਂ ਇਹ ਕੀ ਕਹਿੰਦਾ? ਇਹਨੇ ਅੰਦਰ ਫੰਕਸ਼ਨਿੰਗ ਕੀਤੀ, ਕੋਈ ਕੰਮ ਕੀਤਾ, ਕਹਿੰਦੇ ਕੀ ਕੰਮ ਕੀਤਾ? 1 ਦੀ ਸਕੇਅਰ ਕਰਤੀ ਅਤੇ ਸਾਨੂੰ ਆਨਸਰ ਐਂਡ 'ਤੇ ਕੀ ਦਿੱਤਾ? 1। ਫਿਰ ਜਦੋਂ ਅਸੀਂ ਇਹਦੇ ਵਿੱਚ 2 ਐਡ ਕੀਤਾ, 2 ਐਂਟਰ ਕੀਤਾ ਤਾਂ 2 ਦੀ ਪਾਵਰ 2 ਇਹਨੇ ਆਪਣੇ ਕੋਲ ਕਰਕੇ ਰੱਖ ਲਈ, ਕਿੰਨਾ ਆਨਸਰ ਸਾਨੂੰ ਦੇਤਾ? 4। ਸੋ ਕੀ ਆ ਫੰਕਸ਼ਨ? ਕਹਿੰਦੇ ਇੱਕ ਡਿਫਾਈਨਮੈਂਟ ਹੋ ਗਈ, ਇੱਕ ਕੋਈ ਵੈਲਿਊ ਦੇਤੀ, ਉਹਦੀ ਵੈਲਿਊ ਦਾ ਸਾਨੂੰ ਉਹਦੀ ਡਿਫਾਈਨਮੈਂਟ ਦੇ ਅਕੋਰਡਿੰਗ ਕੀ ਮਿਲੀ ਜਾਊਗਾ? ਆਨਸਰ ਮਿਲੀ ਜਾਊਗਾ। ਇਹ ਕੀ ਹੋ ਗਿਆ? ਸਾਡਾ ਫੰਕਸ਼ਨ। ਹੁਣ ਕੰਪਲਸਰੀ ਤਾਂ ਨਹੀਂ ਹੈਗਾ ਬੱਚੇ ਕਿ ਇੱਥੇ ਏ ਐਕਸ ਸਕੁਆਇਰ, ਉਹ ਆਪਣੀ ਮਰਜ਼ੀ ਦੇ ਨਾਲ ਸਾਨੂੰ ਕੋਈ ਵੀ ਜਿਹੜੀ ਫੰਕਸ਼ਨ ਦੀ ਡਿਫਾਈਨਡ ਕੀਤਾ ਹੋ ਸਕਦਾ ਕਿ ਹਾਂਜੀ ਇਹਦੀ ਇਹੋ ਜਿਹੀ ਵੈਲਿਊਸ ਹੋਣ। ਜਿਵੇਂ ਸਵਿਚ ਆ, ਸਵਿਚ ਨੂੰ ਅਸੀਂ ਔਨ ਆਫ ਕਰਦੇ ਹਾਂ ਕਿਉਂਕਿ ਉਹਦੀ ਫੰਕਸ਼ਨਿੰਗ ਐਵੇਂ ਹੋਈ ਹੈ ਬੱਚੇ, ਜੇ ਔਨ ਕਰਾਂਗੇ ਲਾਈਟ ਚੱਲ ਪੂ, ਆਫ ਕਰਾਂਗੇ ਬੰਦ ਹੋ ਜੂਗੀ। ਜੇ ਅਸੀਂ ਕੋਈ ਹੋਰ ਸਰਕਿਟ ਦੇ ਵਿੱਚ ਕਰੀਏ ਜਾਂ ਮੋਬਾਈਲ ਦੇ ਵਿੱਚ ਜਿੰਨੀਆਂ ਚਿਪ ਲੱਗੇ ਹੋਏ ਨੇ ਸਾਰਿਆਂ ਦਾ ਆਪਦਾ ਕੰਮ ਆ। ਉਸੇ ਤਰ੍ਹਾਂ ਫੰਕਸ਼ਨ ਵੀ ਅਲੱਗ-ਅਲੱਗ ਤਰੀਕੇ ਨਾਲ ਡਿਫਾਈਨ ਹੁੰਦੇ ਆ। ਉਹ ਜਿਵੇਂ ਡਿਫਾਈਨ ਹੁੰਦੇ ਆ ਉਹ ਜੀ ਸਾਨੂੰ ਇਨਪੁਟ ਅਤੇ ਆਊਟਪੁੱਟ ਆ ਜਿਹੜੀ ਉਹ ਮਿਲੀ ਜਾਂਦੀ ਆ। ਆਈ ਹੋਪ ਫੰਕਸ਼ਨ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਹੋਏਗੀ ਬੱਚੇ। ਅੱਗੇ ਦੇਖਦੇ ਹਾਂ ਇਹਦੀ ਨੋਟੇਸ਼ਨ ਕੀ ਆ। ਕਹਿੰਦੇ ਫੰਕਸ਼ਨ ਨੂੰ ਐਵੇਂ ਡਿਫਾਈਨ ਕੀਤਾ ਲਿਖਿਆ ਜਾਂਦਾ ਬੱਚੇ, y ਇਜ਼ ਇਕੁਅਲ ਟੂ ਐਫ ਆਫ ਐਕਸ। ਇਹਦਾ ਮਤਲਬ ਕੀ ਹੁੰਦਾ ਕਿ ਅਸੀਂ ਕੋਈ ਐਕਸ ਆਨਸਰ ਇਨਪੁਟ ਦਿੱਤੀ ਤਾਂ ਸਾਨੂੰ ਕੋਈ ਆਨਸਰ ਮਿਲ ਗਿਆ ਅਤੇ ਅਸੀਂ ਉਹਨੂੰ ਨੇਮ ਕੀ ਦੇ ਲਿਆ? y ਦਾ ਦੇ ਲਿਆ। y ਸਾਡੀ ਆਊਟਪੁੱਟ ਹੋ ਗਈ, x ਸਾਡੀ ਕੀ ਹੋ ਗਈ? ਇਨਪੁਟ ਹੋ ਗਈ, ਅਤੇ f ਕੀ ਹੋ ਗਿਆ? ਸਾਡਾ ਫੰਕਸ਼ਨ ਹੋ ਗਿਆ ਜੋ ਉਹਦੇ ਉੱਤੇ ਅਪਲਾਈ ਕੀਤਾ ਜਾ ਰਿਹਾ। ਇਹ ਹੋ ਗਈ ਨੋਟੇਸ਼ਨ। ਅਤੇ ਸਿੰਪਲੀ ਬੱਚੇ ਜੇ ਉਹਨੂੰ ਅਸੀਂ ਵੇਰੀਏਬਲ ਦੀ ਫਾਰਮ 'ਚ ਸਮਝਣਾ ਹੋਵੇ ਤਾਂ ਐਕਸ ਸਾਡੇ ਕੋਲ ਕੀ ਹੁੰਦਾ? ਇੰਡੀਪੈਂਡੈਂਟ ਵੇਰੀਏਬਲ। ਵਾਈ ਸਾਡੇ ਕੋਲ ਕੀ ਹੁੰਦਾ? ਡਿਪੈਂਡੈਂਟ ਵੇਰੀਏਬਲ। ਜਿਹੇ ਜੇ ਅਸੀਂ ਇੰਡੀਪੈਂਡੈਂਟ ਵੇਰੀਏਬਲ ਐਕਸ ਦੀ ਵੈਲਿਊ ਦੇਵਾਂਗੇ ਉਹੇ ਜੀ ਸਾਨੂੰ ਇਹਦੀ ਵਾਈ ਦੀ ਵੈਲਿਊ ਮਿਲ ਜਾਏਗੀ। ਸੋ ਵਾਈ ਦੀ ਵੈਲਿਊ ਕੀ 'ਤੇ ਡਿਪੈਂਡ ਕਰ ਰਹੀ ਆ? ਇਸ ਐਕਸ ਦੀ ਵੈਲਿਊ 'ਤੇ ਡਿਪੈਂਡ ਕਰ ਰਹੀ ਹੈ। ਇਹ ਹੋ ਗਈ ਸਾਡੀ ਫੰਕਸ਼ਨ। ਉਸ ਤੋਂ ਬਾਅਦ ਬੱਚੇ ਦੇਖੋ ਇਹਦੀ ਜੇ ਵਰਕਿੰਗ ਨੂੰ ਅਸੀਂ ਸਮਝਣਾ ਹੋਈਏ ਤਾਂ ਇਸ ਡਾਇਗਰਾਮ ਦੇ ਥਰੂ ਸਮਝ ਸਕਦੇ ਹਾਂ। ਕਹਿੰਦੇ ਕੀ ਹੈ? ਇੱਕ ਆ ਮਸ਼ੀਨ ਆ, ਮਸ਼ੀਨ ਆ ਇਹਦੇ ਵਿੱਚ ਅਸੀਂ ਉੱਪਰੋਂ ਬੋਲਸ ਪਾ ਰਹੇ ਹਾਂ ਅਤੇ ਇਹਦੇ ਵਿੱਚ ਅੰਦਰ ਕੁਛ ਲੱਗਿਆ ਹੋਇਆ ਸੀ ਸਿਸਟਮ, ਅਤੇ ਉਹ ਬੋਲਸ ਨੂੰ ਕੀ ਕਰ ਰਿਹਾ? ਬਾਕਸਿਸ ਦੇ ਵਿੱਚ ਕਨਵਰਟ ਕਰਕੇ ਸਾਨੂੰ ਵਾਪਸ ਦੇ ਰਿਹਾ। ਐਵੇਂ ਕੀਤਾ। ਕਹਿੰਦੇ ਅਸੀਂ ਇਹਦੇ ਵਿੱਚ ਐਕਸ ਸਕੁਆਇਰ ਇਕੁਅਲ ਟੂ ਐਕਸ ਸਕੁਆਇਰ, ਇਹ ਡਿਫਾਈਨਮੈਂਟ ਸੀਗੀ ਐਕਸ ਇਕੁਅਲ ਟੂ ਐਕਸ। ਅਸੀਂ ਇਹਨੂੰ 1 ਪਾਇਆ, ਇਹਨੇ ਆਨਸਰ 1 ਦਿੱਤਾ। ਅਸੀਂ ਇਹਨੂੰ 2 ਦਿੱਤਾ ਅਤੇ ਇਹਨੇ ਆਨਸਰ 4 ਦਿੱਤਾ। ਅਸੀਂ ਇਹਨੂੰ 3 ਦਿੱਤਾ, ਆਨਸਰ ਇਹਨੇ ਕੀ ਦਿੱਤਾ? 9 ਦਿੱਤਾ। ਦੇਖੋ ਅਸੀਂ ਬੋਲਸ ਪਾ ਰਹੇ ਸੀ, ਸਕੁਆਇਰ ਜਿਹੜੇ ਸਾਨੂੰ ਬਾਕਸਿਸ ਨੇ ਉਹ ਬਾਹਰ ਨਿਕਲ ਰਹੇ ਸੀ। ਇਹਦੇ ਵਿੱਚ ਅਸੀਂ ਆਨਸਰ ਇੱਕ ਵੈਲਿਊ ਦੇ ਰਹੇ ਸੀ, ਇਹ ਉਹਦਾ ਸਕੁਆਇਰ ਕਰਕੇ ਸਾਨੂੰ ਵਾਪਸ ਦੇ ਰਿਹਾ
ਰਿਹਾ ਸੀ। ਇਹ ਹੁੰਦਾ ਇੱਕ ਫੰਕਸ਼ਨ। ਸੋ ਫੰਕਸ਼ਨ ਦੀ ਵਰਕਿੰਗ ਕੀ ਹੋਗੀ, ਇੱਕ ਮਸ਼ੀਨ ਦੀ ਤਰ੍ਹਾਂ ਜੋ ਇਨਪੁਟ ਲੈਂਦਾ ਅਤੇ ਆਊਟਪੁੱਟ ਸਾਨੂੰ ਦੇ ਦਿੰਦਾ। ਹੁਣ ਇਹ ਤਾਂ ਸੀਗੇ ਬੱਚੇ ਇਹਦੀ ਡੈਫੀਨੇਸ਼ਨ ਹੋ ਗਿਆ, ਨੋਟੇਸ਼ਨ ਹੋ ਗਿਆ। ਅੱਗੇ ਹੈਗਾ ਇਹਦੀ ਗ੍ਰਾਫਿਕ ਰਿਪਰਜੈਂਟੇਸ਼ਨ। ਦੇਖੋ ਗ੍ਰਾਫਿਕ ਅਸੀਂ ਕਰ ਚੁੱਕੇ ਹਾਂ, ਕਹਿੰਦੇ ਇੱਕ ਇੱਧਰ ਕੋਈ ਸੈੱਟ ਹੁੰਦਾ, ਇੱਕ ਇੱਧਰ ਕੋਈ ਸੈੱਟ ਹੁੰਦਾ। ਇਹਦੇ ਪਹਿਲੇ ਸੈੱਟ ਦੇ ਐਲੀਮੈਂਟਸ ਨੂੰ ਦੂਸਰੇ ਸੈੱਟ ਦੇ ਐਲੀਮੈਂਟਸ ਤੱਕ ਕੀ ਲੈ ਕੇ ਜਾਂਦਾ, ਮੈਪ ਕਰਕੇ ਲੈ ਕੇ ਜਾਂਦਾ। ਹੁਣ ਉਹ ਇਹ ਨਹੀਂ ਹੈਗਾ ਕਿ ਪਹਿਲੇ ਤਾਂ ਪਹਿਲਾਂ ਹੀ ਹੋਊਗਾ, ਨਹੀਂ ਜੀ, ਕਿਤੇ ਵੀ ਜਾ ਕੇ ਮੈਪ ਹੋ ਸਕਦਾ। ਬਸ ਪਹਿਲੇ ਸੈੱਟ ਦੇ ਵਿੱਚੋਂ ਕੋਈ ਐਲੀਮੈਂਟ ਖਾਲੀ ਨਹੀਂ ਹੋਣਾ ਚਾਹੀਦਾ, ਹਰੇਕ ਦੇ ਲਈ ਇਮੇਜ ਹੋਣੀ ਚਾਹੀਦੀ ਹੈ। ਸੈਕਿੰਡ, ਹਰੇਕ ਦੀ ਇਮੇਜ ਯੂਨੀਕ ਹੋਣੀ ਚਾਹੀਦੀ ਹੈ, ਮਤਲਬ 1 ਦੀਆਂ 2 ਦੀਆਂ ਜਾਂ 3 ਦੀਆਂ ਕਿਸੇ ਐਲੀਮੈਂਟ ਦੀਆਂ 2 ਇਮੇਜਿਸ ਆ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, 2 ਜਾਂ 2 ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ, ਸਿਰਫ ਇੱਕ ਸਿੰਗਲ ਇਮੇਜ ਆ ਜਿਹੜੀ ਉਹ ਹੋਣੀ ਚਾਹੀਦੀ ਆ। ਅੱਗੇ ਹੈਗੇ ਨੇ ਬੱਚੇ ਕੁਛ ਮੇਨ ਪੁਆਇੰਟਸ, ਜਿਵੇਂ ਕਹਿੰਦੇ FA ਤੋਂ B ਤੱਕ ਕੋਈ ਮੈਪਿੰਗ ਆ। ਦੈਨ A ਹੁੰਦਾ ਸਾਡੇ ਕੋਲ ਡੋਮੇਨ ਅਤੇ B ਹੁੰਦੀ ਹੈ ਸਾਡੇ ਕੋਲ ਕੋਡੋਮੇਨ। ਅਤੇ B ਦੇ ਜਿਸ ਐਲੀਮੈਂਟ ਨਾਲ ਜਾ ਕੇ ਸਾਡੇ ਕੋਲ ਮੈਪਿੰਗ ਹੋ ਰਹੀ ਆ ਉਹਨਾਂ ਐਲੀਮੈਂਟਸ ਨੂੰ ਅਸੀਂ ਕੀ ਬੋਲਦੇ ਹਾਂ, ਰੇਂਜ ਬੋਲਦੇ ਹਾਂ। ਬੱਚੇ ਇਹਨੂੰ ਜੇ ਅਸੀਂ ਰੀਡ ਕਰੀਏ, ਜਿਵੇਂ ਹੁਣ ਇੱਥੇ A ਆ, B ਆ, ਇਹਦੀ 1 2 ਆ, A ਦੀ ਇਮੇਜ 2 ਆ ਅਤੇ B ਦੀ 1, ਮਤਲਬ ਇਹ ਐਲੀਮੈਂਟ ਕਿਹਦੇ ਨਾਲ ਜਾ ਕੇ ਜੁੜਿਆ ਹੋਇਆ ਉਹਨੂੰ ਅਸੀਂ ਬੋਲਦੇ ਹਾਂ ਇਮੇਜ ਆਫ ਅ ਐਲੀਮੈਂਟ A। B ਕਿਹਦੇ ਨਾਲ ਜੁੜਿਆ ਹੋਇਆ, 1 ਨਾਲ, ਤਾਂ 1 ਕੀ ਹੋ ਗਿਆ, ਇਮੇਜ ਆਫ B। ਹੁਣ ਜੇ ਇਹਨੂੰ ਪੁੱਠਾ ਰੀਡ ਕਰੀਏ, ਅਸੀਂ 2 ਦੇ ਲਈ ਦੇਖੀਏ, 2 ਬੱਚੇ A ਦੇ ਨਾਲ ਜੁੜਿਆ ਹੋਇਆ, ਤਾਂ ਇਹਨੂੰ ਰੀਡ ਕਿਵੇਂ ਕਰਾਂਗੇ, ਪ੍ਰੀ ਇਮੇਜ ਆਫ 2 ਇਜ਼ A, ਮਤਲਬ A ਦੀ ਪ੍ਰੀ ਇਮੇਜ ਸਾਡੇ ਕੋਲ ਕੀ ਆ, A ਆ। 1 ਦੀ ਪ੍ਰੀ ਇਮੇਜ ਸਾਡੇ ਕੋਲ ਕਿੰਨੀ ਆ, B ਆ। ਤਾਂ ਇਸ ਤਰ੍ਹਾਂ ਅਸੀਂ ਇਹਨੂੰ ਰੀਡ ਕਰਾਂਗੇ। ਅੱਗੇ ਬੱਚੇ ਜੇ ਇਸ ਦੀ ਵਿਜ਼ੂਅਲਾਈਜੇਸ਼ਨ ਕਰਨੀ ਹੋਵੇ ਤਾਂ ਅਸੀਂ ਇਹਨੂੰ ਕੁਛ ਐਵੇਂ ਵੀ ਸਮਝ ਸਕਦੇ ਹਾਂ। ਦੇਖੋ ਕਹਿੰਦੇ ਸਾਡੇ ਕੋਲ ਇੱਧਰ ਕੋਈ ਸੈੱਟ ਆ, ਇਹ ਹੋ ਗਿਆ, ਇਹਨੂੰ ਡੋਮੇਨ ਬੋਲਾਂਗੇ। ਇਹਦੇ ਵਿੱਚ ਸਾਡੇ ਕੋਲ ਅੱਗੇ ਇੱਧਰ ਜਾਊਗਾ ਤਾਂ ਇਹਨੂੰ ਅਸੀਂ ਕੋਡੋਮੇਨ ਬੋਲਾਂਗੇ। ਇਹ ਜਿਹੜਾ A ਐਲੀਮੈਂਟ ਆ ਉਹ B ਐਲੀਮੈਂਟ 'ਤੇ ਮੈਪ ਹੋ ਰਿਹਾ, ਤਾਂ A ਐਲੀਮੈਂਟ ਦੀ B ਨੂੰ ਅਸੀਂ ਕੀ ਬੋਲਾਂਗੇ, ਇਮੇਜ ਬੋਲਾਂਗੇ। B ਐਲੀਮੈਂਟ ਲਈ A ਨੂੰ ਕੀ ਬੋਲਾਂਗੇ, ਅਸੀਂ ਪ੍ਰੀ ਇਮੇਜ ਬੋਲਾਂਗੇ। ਅਸੀਂ ਐਵੇਂ ਵੀ ਇਹਨੂੰ ਸਮਝ ਸਕਦੇ ਹਾਂ। ਇਹ ਸੀਗਾ ਬੱਚੇ ਫੰਕਸ਼ਨ। ਫੰਕਸ਼ਨ ਕੀ ਹੋ ਗਿਆ, ਸਾਡੇ ਕੋਲ ਇੱਕ ਮੈਪਿੰਗ ਹੋਗੀ ਜੋ ਇੱਕ ਸੈੱਟ ਦੇ ਐਲੀਮੈਂਟ ਨੂੰ ਦੂਸਰੇ ਸੈੱਟ ਦੇ ਐਲੀਮੈਂਟਸ ਤੱਕ ਮੈਪ ਕਰਦੀ ਆ। ਹੁਣ ਦੇਖੋ ਜੇ ਅਸੀਂ ਕਿਹਾ